ਅੱਜ ਦਾ ਸਾਡਾ ਸੰਦੇਸ਼ ਹੈ ਸਪਸ਼ਟ ਹੋ ਜਾਵੋ। ਬਾਈਬਲ ਸਾਡੇ ਮਨ ਦੇ ਬਾਰੇ ਵਿੱਚ ਬਹੁਤ ਕੁਝ ਦੱਸਦੀ ਹੈ ਕਿ ਸਾਨੂੰ ਮਸੀਹੀ ਹੋਣ ਦੇ ਨਾਤੇ ਆਪਣੇ ਮਨ ਦੇ ਨਾਲ ਕੀ ਕਰਨਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਆਪਣੇ ਮਨ ਨੂੰ ਨਵਾਂ ਬਣਾ ਕੇ ਬਦਲ ਜਾਓ, ਜਿਸ ਤਰ੍ਹਾਂ ਅਸੀਂ ਰੋਮੀਓ ਅਧਿਆਇ 12 ਆਇਤ 2 ਵਿੱਚ ਪੜ੍ਹਦੇ ਹਾਂ। ਆਪਣੇ ਵਿਚਾਰਾਂ ਨੂੰ ਸਵਰਗ ਦੀਆਂ ਗੱਲਾਂ ਉੱਤੇ ਲਗਾਓ, ਸਿਰਫ ਧਰਤੀ ਦੀਆਂ ਚੀਜ਼ਾਂ ਦੇ ਬਾਰੇ ਵਿੱਚ ਨਾ ਸੋਚੋ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਕਲੋਸੀਓ ਅਧਿਆਇ 3 ਆਇਤ 2, ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਤੇ ਪਰਮੇਸ਼ਵਰ ਦੀ ਸ਼ਾਂਤੀ ਤੁਹਾਡੇ ਦਿਲ ਅਤੇ ਮਨ ਦੀ ਰੱਖਿਆ ਕਰੇਗੀ ਜਦੋਂ ਤੁਸੀਂ ਮਸੀਹ ਯੀਸ਼ੂ ਵਿੱਚ ਜਿਉਂਦੇ ਹੋ। ਜਿਸ ਤਰ੍ਹਾਂ ਅਸੀਂ ਫਿਲਿੱਪੀਓ ਅਧਿਆਇ 4 ਆਇਤ 6 ਅਤੇ 7 ਵਿੱਚ ਪੜ੍ਹਦੇ ਹਾਂ। ਇਸ ਸਮੇਂ ਸਾਡੀ ਇਸ ਸੀਰੀਜ਼ ਦੇ ਵਿੱਚ ਅਸੀਂ ਇਹ ਸਮਝ ਰਹੇ ਹਾਂ ਕਿ ਇਹਨਾਂ ਆਇਤਾਂ ਦਾ ਕੀ ਮਤਲਬ ਹੈ ਅਤੇ ਅਸੀਂ ਆਪਣੇ ਮਨ ਅਤੇ ਵਿਚਾਰਾਂ ਨੂੰ ਲੈ ਕੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਿਸ ਤਰ੍ਹਾਂ ਕਰੀਏ। ਅਸੀਂ ਪਹਿਲੇ ਇਹ ਗੱਲਾਂ ਸਮਝਾਈਆਂ ਹਨ। ਜਦੋਂ ਅਸੀਂ ਯੀਸ਼ੂ ਤੇ ਵਿਸ਼ਵਾਸ ਕਰਦੇ ਹਾਂ ਤਦ ਹੀ ਸਾਡੀ ਸੋਚ, ਸਾਡੇ ਰਵੱਈਏ, ਸਾਡੇ ਵਿਚਾਰ ਅਤੇ ਸਾਡੀਆਂ ਆਦਤਾਂ ਵਿੱਚ ਕੋਈ ਬਹੁਤ ਸਾਰੀਆਂ ਗੱਲਾਂ ਗਲਤ ਹੁੰਦੀਆਂ ਹਨ ਜੋ ਪਰਮੇਸ਼ਵਰ ਦੀ ਇੱਛਾ ਦੇ ਖਿਲਾਫ ਹੁੰਦੀਆਂ ਹਨ। ਇਹਨਾਂ ਨੂੰ ਪਛਾਣ ਕੇ ਬਦਲਣਾ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਯਸ਼ਾਇਆ ਅਧਿਆਇ 53 ਆਇਤ 8, ਅਫੀਸੀਓ ਅਧਿਆਇ 2 ਆਇਤ 1 ਅਤੇ 3, ਅਫੀਸੀਓ ਅਧਿਆਇ 4 ਆਇਤ 18 ਵਿੱਚ ਪੜ੍ਹਦੇ ਹਾਂ। ਅਸੀਂ ਜਿਸ ਤਰ੍ਹਾਂ ਜੀਵਨ ਜਿਉਂਦੇ ਹਾਂ ਉਹ ਇਸ ਗੱਲ ਦਾ ਨਤੀਜਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਅਤੇ ਕੀ ਸੋਚ ਰੱਖਦੇ ਹਾਂ। ਇਸ ਲਈ ਸਾਡਾ ਮਨ ਨਵਾਂ ਹੋਣਾ ਚਾਹੀਦਾ ਹੈ ਤਾਂ ਕਿ ਸਾਡਾ ਜੀਵਨ ਪਰਮੇਸ਼ਵਰ ਨੂੰ ਖੁਸ਼ ਕਰਨ ਵਾਲਾ ਬਣ ਸਕੇ। ਜਿਸ ਤਰ੍ਹਾਂ ਅਸੀਂ ਨੀਤੀ ਵਚਨ ਅਧਿਆਇ 4 ਆਇਤ 23 ਵਿੱਚ ਪੜ੍ਹਦੇ ਹਾਂ। ਮਨ ਨੂੰ ਨਵਾਂ ਕਰਨ ਦੇ ਦੋ ਹਿੱਸੇ ਹਨ। ਪਹਿਲਾ ਸਾਡਾ ਨਜ਼ਰੀਆ ਬਦਲਣਾ, ਯਾਨੀ ਅਸੀਂ ਜੀਵਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ। ਇਹ ਹੌਲੀ-ਹੌਲੀ ਸਮੇਂ ਅਤੇ ਮਿਹਨਤ ਨਾਲ ਬਦਲਦਾ ਹੈ। ਦੂਸਰਾ ਸਾਡਾ ਨਜ਼ਰੀਆ ਬਦਲ ਰਿਹਾ ਹੋਵੇ, ਉਸ ਸਮੇਂ ਸਾਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਹਰ ਸਥਿਤੀ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰ ਸਕੀਏ। ਵਾਸਤਵਿਕਤਾ ਸਿਰਫ ਉਹ ਨਹੀਂ ਹੈ ਜੋ ਅਸੀਂ ਆਪਣੀਆਂ ਅੱਖਾਂ, ਕੰਨਾਂ ਜਾਂ ਸਰੀਰ ਦੇ ਨਾਲ ਮਹਿਸੂਸ ਕਰ ਸਕਦੇ ਹਾਂ। ਇੱਕ ਨਾ ਦਿਖਾਈ ਦੇਣ ਵਾਲਾ ਸੰਸਾਰ ਵੀ ਹੈ। ਸਰਵਸ਼ਕਤੀਮਾਨ ਪਰਮੇਸ਼ਵਰ ਜੋ ਸਾਨੂੰ ਦਿਖਾਈ ਨਹੀਂ ਦਿੰਦਾ, ਆਪਣੀ ਸ਼ਕਤੀ ਅਤੇ ਵਿਵਸਥਾ ਦੇ ਇੱਕ ਅਦ੍ਰਿਸ਼ ਰਾਜ ਨੂੰ ਚਲਾਉਂਦਾ ਹੈ ਜੋ ਸਾਡੀ ਦਿਖਾਈ ਦੇਣ ਵਾਲੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲਾ ਤੀਮੋਥੇਉਸ ਅਧਿਆਇ 1 ਆਇਤ 17, ਕਲੋਸੀਓ ਅਧਿਆਇ 1 ਆਇਤ 16, ਦੂਸਰਾ ਕਰੰਥੀਓ ਅਧਿਆਇ 4 ਆਇਤ 18 ਵਿੱਚ ਪੜ੍ਹਦੇ ਹਾਂ। ਪਰਮੇਸ਼ਵਰ ਆਪਣੇ ਲਿਖੇ ਹੋਏ ਵਚਨ ਬਾਈਬਲ ਦੇ ਦੁਆਰਾ ਸਾਨੂੰ ਇਸ ਅਦ੍ਰਿਸ਼ ਸੰਸਾਰ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਚੀਜ਼ਾਂ ਵਾਸਤਵ ਵਿੱਚ ਕਿਹੋ ਜਿਹੀਆਂ ਹਨ। ਸਾਨੂੰ ਇਹਨਾਂ ਅਦ੍ਰਿਸ਼ ਸੱਚਾਈਆਂ ਦੇ ਅਨੁਸਾਰ ਜੀਣਾ ਸਿੱਖਣਾ ਹੈ। ਜੀਵਨ ਦੇ ਪਰੇਸ਼ਾਨੀਆਂ ਦੇ ਵਿੱਚ ਪਰਮੇਸ਼ਵਰ ਆਪਣੇ ਲੋਕਾਂ ਨੂੰ ਇੱਕ ਵਾਅਦਾ ਦਿੰਦਾ ਹੈ ਮਨ ਦੀ ਸ਼ਾਂਤੀ ਦਾ, ਯਾਨੀ ਅਜਿਹੇ ਵਿਚਾਰਾਂ ਅਤੇ ਭਾਵਨਾਵਾਂ ਤੋਂ ਆਜ਼ਾਦੀ ਜੋ ਮਨ ਨੂੰ ਪਰੇਸ਼ਾਨ ਕਰਦੇ ਹਨ। ਜਦੋਂ ਅਸੀਂ ਆਪਣਾ ਮਨ ਉਸ ਅਤੇ ਉਸ ਦੀ ਅਦ੍ਰਿਸ਼ ਸੱਚਾਈਆਂ ਉੱਤੇ ਲਗਾਏ ਰੱਖਦੇ ਹਾਂ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਯਸ਼ਾਇਆ ਅਧਿਆਇ 26 ਆਇਤ 3, ਯਹੂਨਾ ਅਧਿਆਇ 14 ਆਇਤ 27, ਯਹੂਨਾ ਅਧਿਆਇ 16 ਆਇਤ 33, ਦੂਸਰਾ ਕਰੰਥੀਓ ਅਧਿਆਇ 4 ਆਇਤ 17 ਅਤੇ 18। ਅਸੀਂ ਆਪਣੇ ਮਨ ਨੂੰ ਪਰਮੇਸ਼ਵਰ ਉੱਤੇ ਰੱਖ ਸਕਦੇ ਹਾਂ, ਉਸ ਦੀ ਸਤੁਤੀ ਕਰਕੇ, ਇਹ ਬੋਲ ਕੇ ਕਿ ਉਹ ਕੌਣ ਹੈ ਅਤੇ ਉਸਨੇ ਸਾਡੇ ਲਈ ਕੀ ਕੀਤਾ ਹੈ ਅਤੇ ਕੀ ਕਰ ਰਿਹਾ ਹੈ ਅਤੇ ਅੱਗੇ ਕੀ ਕਰੇਗਾ। ਅਸੀਂ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਨਾਂ ਦੇਖੀਆਂ ਹਨ ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਪ੍ਰਭੂ ਦੀ ਸਤੁਤੀ ਕਰਕੇ ਆਪਣਾ ਧਿਆਨ ਉਸੇ ਉੱਤੇ ਰੱਖਿਆ ਅਤੇ ਉਹਨਾਂ ਨੇ ਮਨ ਦੀ ਸ਼ਾਂਤੀ ਦੇ ਦੁਆਰਾ ਆਪਣੀ ਮੁਸੀਬਤਾਂ ਤੋਂ ਛੁਟਕਾਰਾ ਪਾਇਆ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਪ੍ਰੇਰਿਤਾਂ ਦੇ ਕੰਮ ਅਧਿਆਇ 16 ਆਇਤ 16 ਅਤੇ 26, ਦੂਸਰਾ ਇਤਿਹਾਸ ਅਧਿਆਇ 20 ਆਇਤ 1 ਅਤੇ 30। ਹੁਣ ਤੱਕ ਮਨ ਨੂੰ ਨਵਾਂ ਕਰਨ ਦੇ ਬਾਰੇ ਵਿੱਚ ਜੋ ਗੱਲਾਂ ਅਸੀਂ ਕਹੀਆਂ ਹਨ, ਕੁਝ ਲੋਕ ਉਹਨਾਂ ਨੂੰ ਗਲਤ ਸਮਝ ਬੈਠੇ ਹਨ। ਇਸ ਲਈ ਅੱਗੇ ਵਧਣ ਤੋਂ ਪਹਿਲੇ ਮੈਨੂੰ ਕੁਝ ਗੱਲਾਂ ਸਾਫ਼ ਕਰਨੀਆਂ ਹਨ ਤਾਂ ਕਿ ਕਿਸੇ ਤਰ੍ਹਾਂ ਦਾ ਭਰਮ ਨਾ ਰਹੇ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਅਤੇ ਕੀ ਨਹੀਂ। ਇਹੀ ਅੱਜ ਦੇ ਸੰਦੇਸ਼ ਦਾ ਵਿਸ਼ੇ ਵੀ ਹੈ। ਚਲੋ ਸਭ ਤੋਂ ਪਹਿਲੇ ਸਪਸ਼ਟ ਕਰ ਲੈਂਦੇ ਹਾਂ ਕਿ ਮਨ ਨੂੰ ਨਵਾਂ ਕਰਨਾ ਕੀ ਨਹੀਂ ਹੈ। ਇਹ ਸਿਰਫ ਖੁਦ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਨਹੀਂ ਹੈ। ਤੁਸੀਂ ਪੋਜ਼ਿਟਿਵ ਸੋਚ ਰੱਖੋ। ਇਹ ਸਿਰਫ ਸਕਾਰਾਤਮਕ ਗੱਲਾਂ ਦੁਹਰਾਉਣਾ ਜਾਂ ਬਾਈਬਲ ਦੀਆਂ ਆਇਤਾਂ ਨਾਲ ਆਪਣੇ ਮਨ ਦੀ ਰੀਪ੍ਰੋਗਰਾਮਿੰਗ ਕਰਨਾ ਵੀ ਨਹੀਂ ਹੈ।
ਇਹ ਚੀਜ਼ਾਂ ਗਲਤ ਨਹੀਂ ਹਨ, ਲੇਕਿਨ ਮਨ ਨੂੰ ਨਵਾਂ ਕਰਨ ਦਾ ਅਸਲੀ ਮਤਲਬ ਇਸ ਵਿੱਚ ਨਹੀਂ ਹੈ। ਮਨ ਨੂੰ ਨਵਾਂ ਕਰਨਾ ਮਤਲਬ ਆਪਣੇ ਸੋਚਣ ਦੇ ਤਰੀਕੇ ਅਤੇ ਫਿਰ ਆਪਣੇ ਵਿਵਹਾਰ ਨੂੰ ਸਰਵਸ਼ਕਤੀਮਾਨ ਪਰਮੇਸ਼ਵਰ ਦੀ ਆਗਿਆ ਦੇ ਅਨੁਸਾਰ ਲਿਆਉਣਾ ਹੈ। ਅਸੀਂ ਆਪਣਾ ਮਨ ਇਸ ਲਈ ਨਵਾਂ ਕਰਦੇ ਹਾਂ ਤਾਂ ਕਿ ਸਾਡੀ ਸੋਚ ਅਤੇ ਸਾਡੀ ਵਾਸਤਵਿਕਤਾ ਨੂੰ ਦੇਖਣ ਦਾ ਤਰੀਕਾ ਬਦਲ ਸਕੇ, ਯਾਨੀ ਅਸੀਂ ਜੀਵਨ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਅਤੇ ਫਿਰ ਸਾਡਾ ਜੀਵਨ ਅਤੇ ਸਾਡੇ ਕੰਮ ਅਜਿਹੇ ਹੋ ਜਾਣ ਜੋ ਪਰਮੇਸ਼ਵਰ ਦੀ ਮਹਿਮਾ ਅਤੇ ਉਸ ਦਾ सम्मान ਕਰਨ। ਰੋਮੀਓ ਅਧਿਆਇ 12 ਆਇਤ 1 ਅਤੇ 3। ਮਿੱਤਰੋ, ਪਰਮੇਸ਼ਵਰ ਚੰਗਾ ਹੈ, ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਬਲੀਦਾਨ ਦੇ ਰੂਪ ਵਿੱਚ ਪਰਮੇਸ਼ਵਰ ਨੂੰ ਅਰਪਿਤ ਕਰੋ, ਪਵਿੱਤਰ ਅਤੇ ਉਸ ਨੂੰ ਪ੍ਰਸੰਨ ਕਰਨ ਵਾਲਾ। ਇਹੀ ਤਰੀਕਾ ਹੈ ਪਰਮੇਸ਼ਵਰ ਦੀ ਸੇਵਾ ਕਰਨ ਦਾ। ਇਸ ਦੁਨੀਆ ਦੇ ਤਰੀਕੇ ਅਤੇ ਆਦਤਾਂ ਨਾ ਅਪਣਾਓ, ਬਲਕਿ ਪਰਮੇਸ਼ਵਰ ਨੂੰ ਤੁਹਾਡੇ ਅੰਦਰ ਨੂੰ ਬਦਲਣ ਦੇਵੋ, ਤੁਹਾਡੇ ਸੋਚਣ ਦਾ ਤਰੀਕਾ ਬਦਲ ਕੇ, ਤਾਂ ਤੁਸੀਂ ਜਾਣ ਪਾਓਗੇ ਕਿ ਕੀ ਕਰਨਾ ਉਸ ਦੀ ਇੱਛਾ ਦੇ ਅਨੁਸਾਰ ਚੰਗਾ ਅਤੇ ਉਸ ਨੂੰ ਪ੍ਰਸੰਨ ਕਰਨ ਵਾਲਾ ਹੈ। ਇਹ ਇੱਕ ਮਸੀਹੀ ਹੋਣ ਦਾ ਤੁਹਾਡਾ ਕਰਤੱਵ ਹੈ। ਤੁਸੀਂ ਆਪਣੇ ਸਰੀਰ ਨੂੰ ਪਰਮੇਸ਼ਵਰ ਨੂੰ ਸਮਰਪਿਤ ਕਰਦੇ ਹੋ, ਯਾਨੀ ਤੁਸੀਂ ਇਹ ਨਿਸ਼ਚੈ ਕਰਦੇ ਹੋ ਕਿ ਮੈਂ ਉਸ ਦੀ ਇੱਛਾ ਪੂਰੀ ਕਰਾਂਗਾ। ਫਿਰ ਤੁਸੀਂ ਆਪਣਾ ਮਨ ਨਵਾਂ ਕਰਦੇ ਹੋ, ਯਾਨੀ ਪਤਾ ਲਗਾਉਂਦੇ ਹੋ ਕਿ ਪਰਮੇਸ਼ਵਰ ਕੀ ਸੋਚਦਾ ਹੈ, ਤਾਂ ਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ। ਪਰਮੇਸ਼ਵਰ ਦੀ ਇੱਛਾ ਇਹ ਹੈ ਕਿ ਨਾ ਅਸੀਂ ਦੁਨੀਆ ਦੀ ਤਰ੍ਹਾਂ ਹੋਈਏ, ਸੋਚੀਏ ਅਤੇ ਕੰਮ ਕਰੀਏ, ਬਲਕਿ ਸਾਡੇ ਸੁਭਾਅ ਅਤੇ ਵਿਵਹਾਰ ਵਿੱਚ ਅਸੀਂ ਮਸੀਹ ਜਿਹੇ ਬਣ ਜਾਈਏ, ਜਿਸ ਤਰ੍ਹਾਂ ਅਸੀਂ ਰੋਮੀਓ ਅਧਿਆਇ 8 ਆਇਤ 29 ਵਿੱਚ ਪੜ੍ਹਦੇ ਹਾਂ। ਕਿਉਂਕਿ ਪਰਮੇਸ਼ਵਰ ਨੇ ਪਹਿਲੇ ਤੋਂ ਆਪਣੇ ਲੋਕਾਂ ਨੂੰ ਜਾਣਿਆ ਅਤੇ ਉਹਨਾਂ ਨੂੰ ਚੁਣ ਲਿਆ ਕਿ ਉਹ ਉਸ ਦੀ ਪੁੱਤਰ ਦੀ ਸਮਾਨਤਾ ਵਿੱਚ ਬਦਲ ਜਾਣ। ਜਿਸ ਤਰ੍ਹਾਂ ਅਸੀਂ ਰੋਮੀਓ ਅਧਿਆਇ 12 ਆਇਤ 2 ਵਿੱਚ ਪੜ੍ਹਦੇ ਹਾਂ, ਜੋ ਯੂਨਾਨੀ ਸ਼ਬਦ ਰੂਪਾਂਤਰਿਤ ਦੇ ਲਈ ਇਸਤੇਮਾਲ ਹੋਇਆ ਹੈ, ਉਸ ਦਾ ਮਤਲਬ ਹੈ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲ ਜਾਣਾ, ਜਿਸ ਦਾ ਅਰਥ ਹੈ ਕਿ ਪਰਮੇਸ਼ਵਰ ਦੀ ਸ਼ਕਤੀ ਨਾਲ ਅੰਦਰ ਤੋਂ ਪੂਰਾ ਬਦਲ ਜਾਣਾ, ਅਤੇ ਇਹ ਬਦਲਾਵ ਸਾਡੇ ਚਰਿੱਤਰ ਅਤੇ ਸਾਡੇ ਵਿਵਹਾਰ ਵਿੱਚ ਦਿਖਾਈ ਦਿੰਦਾ ਹੈ। ਕੁਝ ਮਸੀਹੀ ਸਮੂਹਾਂ ਵਿੱਚ ਮਨ ਨੂੰ ਨਵਾਂ ਕਰਨ ਨੂੰ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਅਗਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਸਫਲ ਹੋ ਜਾਵੋਗੇ, ਅਮੀਰ ਬਣ ਜਾਵੋਗੇ, ਆਸ਼ੀਸ਼ ਪਾਓਗੇ ਅਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੋ ਤੁਸੀਂ ਪਰਮੇਸ਼ਵਰ ਤੋਂ ਚਾਹੁੰਦੇ ਹੋ ਅਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਪਰਮੇਸ਼ਵਰ ਦੇਣਾ ਚਾਹੁੰਦਾ ਹੈ। ਇਸ ਸੋਚ ਦੇ ਸਮਰਥਨ ਵਿੱਚ ਅਕਸਰ ਯਹੋਸ਼ੂ ਅਧਿਆਇ 1 ਆਇਤ 8 ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਆਇਤ ਵਿੱਚ ਲਿਖਿਆ ਹੈ, ਵਿਵਸਥਾ ਦੀ ਇਹ ਪੁਸਤਕ ਤੇਰੇ ਮੂੰਹ ਤੋਂ ਨਾ ਹਟੇ, ਪਰੰਤੂ ਤੂੰ ਦਿਨ ਅਤੇ ਰਾਤ ਇਸ ਉੱਤੇ ਧਿਆਨ ਕਰਦਾ ਰਹਿ, ਤਾਂ ਕਿ ਜੋ ਕੁਝ ਇਸ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ ਵਿੱਚ ਤੂੰ ਸਾਵਧਾਨ ਰਹੇ, ਕਿਉਂਕਿ ਤਾਂ ਤੂੰ ਆਪਣਾ ਮਾਰਗ ਸਫਲ ਬਣਾਏਗਾ ਤੇ ਤਦ ਤੂੰ ਚੰਗੀ ਸਫਲਤਾ ਪਾਏਗਾ। ਜਦੋਂ ਅਸੀਂ ਇਸ ਆਇਤ ਨੂੰ ਉਸ ਦੇ ਪੂਰੇ ਸੰਦਰਭ ਵਿੱਚ ਪੜ੍ਹਦੇ ਹਾਂ ਤਾਂ ਅਸੀਂ ਪਾਉਂਦੇ ਹਾਂ, ਸਾਨੂੰ ਪਤਾ ਚੱਲਦਾ ਹੈ ਕਿ ਪਰਮੇਸ਼ਵਰ ਨੇ ਹੁਣੇ ਯਹੋਸ਼ੂ ਨੂੰ ਮੂਸਾ ਦੀ ਜਗ੍ਹਾ ਲੈਣ ਦੇ ਲਈ ਨਿਯੁਕਤ ਕੀਤਾ ਸੀ, ਤਾਂ ਕਿ ਉਹ ਇਸਰਾਏਲੀਆਂ ਨੂੰ ਕਨਾਨ ਵਾਅਦਾ ਕੀਤਾ ਹੋਈ ਭੂਮੀ ਵਿੱਚ ਲੈ ਜਾਵੇ ਅਤੇ ਉੱਥੇ ਵਸਾਵੇ। ਇਸ ਆਇਤ ਵਿੱਚ ਸਫਲ ਦੇ ਲਈ ਜੋ ਹਿਬਰੂ ਸ਼ਬਦ ਹੈ, ਉਸ ਦਾ ਅਰਥ ਹੈ ਅੱਗੇ ਵਧਣਾ ਜਾਂ ਅੱਗੇ ਧਕੇਲੇ ਜਾਣਾ, ਅਤੇ ਸਫਲਤਾ ਦਾ ਅਰਥ ਹੈ ਸਮਝਦਾਰੀ ਨਾਲ ਕੰਮ ਕਰਨਾ ਅਤੇ ਕੰਮ ਜੋ ਪੂਰਾ ਕਰਨਾ, ਅਸਫਲ ਨਾ ਹੋਣਾ। ਯਾਨੀ ਇੱਥੇ ਸਫਲਤਾ ਦਾ ਮਤਲਬ ਹੈ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ, ਉਹ ਕੰਮ ਪੂਰਾ ਕਰਨਾ ਜੋ ਯਹੋਸ਼ੂ ਨੂੰ ਦਿੱਤਾ ਗਿਆ ਸੀ। ਇਸ ਲਈ ਆਪਣੇ ਮਨ ਨੂੰ ਨਵਾਂ ਕਰਨ ਦਾ ਅਸਲੀ ਉਦੇਸ਼ ਇਹ ਹੈ ਕਿ ਅਸੀਂ ਉਸ ਮਿਸ਼ਨ ਵਿੱਚ ਸਫਲ ਹੋ ਸਕੀਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਅਤੇ ਉਹ ਹੈ ਕਿ ਅਸੀਂ ਆਪਣੇ ਸੁਭਾਅ ਅਤੇ ਵਿਵਹਾਰ ਵਿੱਚ ਲਗਾਤਾਰ ਮਸੀਹ ਦੀ ਤਰ੍ਹਾਂ ਬਣਦੇ ਜਾਈਏ, ਜਿਸ ਤਰ੍ਹਾਂ ਅਸੀਂ ਪਹਿਲਾ ਯਹੋਨਾ ਅਧਿਆਇ 2 ਆਇਤ 6 ਵਿੱਚ ਪੜ੍ਹਦੇ ਹਾਂ। ਮਨ ਨੂੰ ਨਵਾਂ ਕਰਨਾ ਸਿਰਫ ਬਾਈਬਲ ਦੀਆਂ ਆਇਤਾਂ ਯਾਦ ਕਰ ਲੈਣਾ ਜਾਂ ਸਕਾਰਾਤਮਕ ਗੱਲਾਂ ਬੋਲਣਾ ਨਹੀਂ ਹੈ। ਇਹ ਇੱਕ ਅਲੌਕਿਕ ਪ੍ਰਕਿਰਿਆ ਹੈ ਜਿਸ ਨੂੰ ਪਵਿੱਤਰ ਆਤਮਾ ਬਾਈਬਲ ਦੇ ਜ਼ਰੀਏ ਕਰਦਾ ਹੈ। ਜਿਸ ਤਰ੍ਹਾਂ ਅਸੀਂ ਦੂਸਰਾ ਕੁਰਿੰਥੀ ਅਧਿਆਇ 3 ਆਇਤ 18 ਵਿੱਚ ਪੜ੍ਹਦੇ ਹਾਂ, ਜਦੋਂ ਅਸੀਂ ਆਪਣਾ ਜੀਵਨ ਯੀਸ਼ੂ ਨੂੰ ਸੌਂਪ ਦਿੰਦੇ ਹਾਂ ਤਾਂ ਪਵਿੱਤਰ ਆਤਮਾ ਸਾਡੇ ਅੰਦਰ ਆ ਜਾਂਦਾ ਹੈ ਅਤੇ ਸਾਨੂੰ ਉਹ ਸ਼ਕਤੀ ਦਿੰਦਾ ਹੈ ਜਿਸ ਨਾਲ ਅਸੀਂ ਆਪਣੀ ਸੋਚ, ਆਪਣੇ ਸ਼ਬਦ ਅਤੇ ਆਪਣੇ ਕੰਮਾਂ ਵਿੱਚ ਜ਼ਰੂਰੀ ਬਦਲਾਵ ਲਿਆ ਸਕੀਏ।
ਜਦੋਂ ਅਸੀਂ ਪਰਮੇਸ਼ਵਰ ਦੀ ਆਗਿਆ ਮੰਨਣ ਦਾ ਚੁਣਾਵ ਕਰਦੇ ਹਾਂ। ਅਸੀਂ ਬਾਈਬਲ ਇਸ ਲਈ ਨਹੀਂ ਪੜ੍ਹਦੇ ਕਿ ਬਸ ਜਾਣਕਾਰੀ ਮਿਲ ਜਾਵੇ, ਅਸੀਂ ਇਸ ਨੂੰ ਇਸ ਲਈ ਪੜ੍ਹਦੇ ਹਾਂ ਤਾਂ ਕਿ ਪਵਿੱਤਰ ਆਤਮਾ ਉਸ ਦੇ ਜ਼ਰੀਏ ਸਾਡੇ ਅੰਦਰ ਨੂੰ ਬਦਲ ਸਕੇ। ਅੱਜਕੱਲ ਮੋਟੀਵੇਸ਼ਨਲ ਸਪੀਕਰਸ ਬਹੁਤ ਲੋਕਪ੍ਰਿਯ ਹੋ ਗਏ ਹਨ। ਕੰਪਨੀ ਆਪਣੇ ਕਰਮਚਾਰੀਆਂ ਦੇ ਲਈ ਸੈਮੀਨਾਰ ਕਰਵਾਉਂਦੀਆਂ ਹਨ ਜਿੱਥੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਪੋਜ਼ਿਟਿਵ ਬੋਲਣਾ ਹੈ, ਕਿਸ ਤਰ੍ਹਾਂ ਸਕਾਰਾਤਮਕ ਗੱਲਾਂ ਬੋਲਣੀਆਂ ਹਨ। ਜਿਸ ਤਰ੍ਹਾਂ ਮੈਂ ਇਹ ਕਰ ਸਕਦਾ ਹਾਂ, ਮੈਂ ਕਦੇ ਵੀ ਨਹੀਂ ਹਾਰ ਸਕਦਾ। ਲੇਕਿਨ ਇਹ ਸਭ ਇੱਕ ਸਾਮਾਨਯ ਮਨੋਵਿਗਿਆਨਿਕ ਤਰੀਕਾ ਹੈ। ਇਹ ਤਰੀਕਾ ਤੁਹਾਨੂੰ ਚੰਗਾ ਮਹਿਸੂਸ ਕਰਵਾ ਸਕਦਾ ਹੈ, ਲੇਕਿਨ ਇਸ ਦਾ ਉਸ ਅਲੌਕਿਕ ਪ੍ਰਕਿਰਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੋ ਇੱਕ ਸੱਚੇ ਯੀਸ਼ੂ ਵਿਸ਼ਵਾਸੀ ਤੇ ਅੰਦਰ ਮਸੀਹ ਜਿਹਾ ਸੁਭਾਅ ਪੈਦਾ ਕਰਦੀ ਹੈ। ਇੱਕ ਮਸੀਹੀ ਦੇ ਲਈ ਇਹ ਸੋਚ ਦਾ ਆਧਾਰ ਇਹ ਹੈ, ਅਸੀਂ ਜਾਣੀਏ ਪਰਮੇਸ਼ਵਰ ਕੌਣ ਹੈ। ਯੀਸ਼ੂ ਨੇ ਆਪਣੀ ਮ੍ਰਿਤਿੂ ਅਤੇ ਜੀ ਉੱਠਣ ਦੇ ਦੁਆਰਾ ਸਾਡੇ ਲਈ ਕੀ ਕੀਤਾ ਹੈ ਅਤੇ ਅਸੀਂ ਹੁਣ ਕੌਣ ਹਾਂ, ਕਿਉਂਕਿ ਉਸ ਨੇ ਸਾਡੇ ਲਈ ਸਭ ਕੀਤਾ ਹੈ। ਜਿਸ ਤਰ੍ਹਾਂ ਅਸੀਂ ਕਲੋਸੇ ਅਧਿਆਇ 3 ਆਇਤ 1 ਅਤੇ 2 ਵਿੱਚ ਪੜ੍ਹਦੇ ਹਾਂ, ਕਿਉਂਕਿ ਤੁਸੀਂ ਮਸੀਹ ਦੇ ਨਾਲ ਇੱਕ ਨਵੀਂ ਜ਼ਿੰਦਗੀ ਵਿੱਚ ਉਠਾਏ ਗਏ ਹੋ, ਇਸ ਲਈ ਤੁਹਾਡਾ ਧਿਆਨ ਸਵਰਗ ਦੀਆਂ ਗੱਲਾਂ ਉੱਤੇ ਲੱਗਿਆ ਰਹਿਣਾ ਚਾਹੀਦਾ ਹੈ। ਉੱਥੇ ਜਿੱਥੇ ਮਸੀਹ ਪਰਮੇਸ਼ਵਰ ਦੇ ਸੱਜੇ ਹੱਥ ਸਨਮਾਨ ਅਤੇ ਸ਼ਕਤੀ ਦੇ ਸਥਾਨ ਉੱਤੇ ਬੈਠਾ ਹੈ। ਆਪਣੇ ਵਿਚਾਰਾਂ ਨੂੰ ਸਵਰਗ ਦੀਆਂ ਗੱਲਾਂ ਨਾਲ ਭਰ ਲਵੋ, ਸਿਰਫ ਧਰਤੀ ਦੀਆਂ ਚੀਜ਼ਾਂ ਦੇ ਬਾਰੇ ਵਿੱਚ ਨਾ ਸੋਚੋ। ਇਸ ਆਇਤ ਵਿੱਚ ਕਈ ਗੱਲਾਂ ਹਨ ਜਿਨ੍ਹਾਂ ਉੱਤੇ ਅਸੀਂ ਅੱਗੇ ਦੇ ਸੰਦੇਸ਼ਾਂ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ, ਲੇਕਿਨ ਹੁਣ ਦੇ ਲਈ ਇਹ ਧਿਆਨ ਰਹੇ ਕਿ ਸਾਡੇ ਸੋਚਣ ਦੇ ਤਰੀਕੇ ਵਿੱਚ ਬਦਲਾਅ ਮਨ ਦਾ ਨਵਾਂ ਹੋਣਾ ਸਿੱਧਾ ਜੁੜਿਆ ਹੋਇਆ ਹੈ ਯੀਸ਼ੂ ਨਾਲ ਅਤੇ ਉਸ ਨੇ ਜੋ ਸਾਡੇ ਲਈ ਕੀਤਾ ਹੈ। ਸਕਾਰਾਤਮਕ ਸੋਚ ਕਹਿੰਦੀ ਹੈ ਤੁਸੀਂ ਇਹ ਕਰ ਸਕਦੇ ਹੋ, ਲੇਕਿਨ ਬਾਈਬਲ ਦੇ ਅਨੁਸਾਰ ਸਕਾਰਾਤਮਕ ਗੱਲਾਂ ਯੀਸ਼ੂ ਉੱਤੇ ਆਧਾਰਿਤ ਹੁੰਦੀਆਂ ਹਨ। ਪੌਲੁਸ ਨੇ ਇਹ ਘੋਸ਼ਣਾ ਕੀਤੀ ਸੀ, ਮਸੀਹ ਜੋ ਮੈਨੂੰ ਸਾਮਰਥ ਦਿੰਦਾ ਹੈ ਉਸ ਵਿੱਚ ਮੈਂ ਸਭ ਕੁਝ ਕਰ ਸਕਦਾ ਹਾਂ। ਮੈਂ ਹਰ ਇੱਕ ਚੀਜ਼ ਦੇ ਲਈ ਤਿਆਰ ਹਾਂ ਅਤੇ ਹਰ ਪਰਿਸਥਿਤੀ ਦਾ ਸਾਹਮਣਾ ਕਰ ਸਕਦਾ ਹਾਂ, ਕਿਉਂਕਿ ਉਹ ਹੀ ਮੈਨੂੰ ਅੰਦਰੂਨੀ ਸ਼ਕਤੀ ਦਿੰਦਾ ਹੈ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਫਿਲਿੱਪੀਓ ਅਧਿਆਇ 4 ਆਇਤ 13 ਵਿੱਚ। ਮਨ ਨੂੰ ਨਵਾਂ ਕਰਨਾ ਮਸੀਹੀ ਪਰਿਵਰਤਨ ਖੁਦ ਨੂੰ ਸੁਧਾਰਨ ਦੀ ਕੋਸ਼ਿਸ਼ ਜਾਂ ਸਿਰਫ ਸਕਾਰਾਤਮਕ ਸੋਚਣਾ ਨਹੀਂ ਹੈ। ਇਸ ਦਾ ਮਤਲਬ ਇਹ ਸਮਝਣਾ ਹੈ ਕਿ ਅਸੀਂ ਪਾਪੀ ਹਾਂ, ਪਵਿੱਤਰ ਪਰਮੇਸ਼ਵਰ ਦੇ ਸਾਹਮਣੇ ਦੋਸ਼ੀ ਹਾਂ ਅਤੇ ਅਸੀਂ ਆਪਣੇ ਬਲ ਉੱਤੇ ਆਪਣੀ ਹਾਲਤ ਜਾਂ ਆਪਣੇ ਅਨੰਤ ਭਵਿੱਖ ਨੂੰ ਨਹੀਂ ਬਦਲ ਸਕਦੇ। ਲੇਕਿਨ ਪਰਮੇਸ਼ਵਰ ਜਿਸ ਨੇ ਸਾਨੂੰ ਬਣਾਇਆ ਸਾਡੇ ਨਾਲ ਪਿਆਰ ਕਰਦਾ ਹੈ, ਚਾਹੇ ਅਸੀਂ ਪਾਪ ਕੀਤਾ ਹੈ, ਅਤੇ ਉਸ ਨੇ ਸਾਡੇ ਲਈ ਪਾਪ ਵਿੱਚੋਂ ਨਿਕਲਣ ਦਾ ਰਸਤਾ ਵੀ ਬਣਾਇਆ ਹੈ। ਅਗਰ ਅਸੀਂ ਆਪਣੇ ਮਨ ਨਾਲ ਪਛਤਾਵਾ ਕਰੀਏ ਅਤੇ ਵਿਸ਼ਵਾਸ ਦੇ ਨਾਲ ਉਸ ਦੇ ਕੋਲ ਵਾਪਸ ਆ ਜਾਈਏ। ਹੁਣ ਤੱਕ ਜੋ ਗੱਲਾਂ ਕਹੀਆਂ ਗਈਆਂ ਹਨ, ਦੱਸੀਆਂ ਗਈਆਂ ਹਨ, ਉਹ ਇਮਾਨਦਾਰੀ ਮਸੀਹੀਆਂ ਦੀ ਗਲਤਫਹਿਮੀਆਂ ਹਨ। ਜਿਨ੍ਹਾਂ ਕੋਲ ਇਸ ਵਿਸ਼ੇ ਦੇ ਵਿੱਚ ਸਹੀ ਜਾਣਕਾਰੀ ਨਹੀਂ ਹੈ, ਲੇਕਿਨ ਇਸ ਗੱਲ ਦਾ ਇੱਕ ਹੋਰ ਗੰਭੀਰ ਪੱਖ ਵੀ ਹੈ ਅਤੇ ਉਸ ਦਾ ਨਤੀਜਾ ਵੀ ਬਹੁਤ ਗੰਭੀਰ ਹੋ ਸਕਦਾ ਹੈ। ਕੁਝ ਲੋਕ ਮਨ ਅਤੇ ਸੱਚੀ ਵਾਸਤਵਿਕਤਾ ਦੇਖਣ ਦੀਆਂ ਗੱਲਾਂ ਕਰਦੇ ਹਨ, ਲੇਕਿਨ ਉਹ ਮਸੀਹੀ ਨਹੀਂ ਹੁੰਦੇ। ਭਲੇ ਹੀ ਉਹ ਯੀਸ਼ੂ ਦਾ ਨਾਮ ਲੈਂਦੇ ਹਨ, ਉਹ ਜਿਸ ਯੀਸ਼ੂ ਨੂੰ ਮੰਨਦੇ ਅਤੇ ਦੱਸਦੇ ਹਨ, ਉਹ ਬਾਈਬਲ ਵਾਲਾ ਯੀਸ਼ੂ ਨਹੀਂ ਹੈ। ਉਹਨਾਂ ਦੇ ਲਈ ਯੀਸ਼ੂ ਦਾ ਮਤਲਬ ਅਤੇ ਪਹਿਚਾਣ ਬਿਲਕੁਲ ਅਲੱਗ ਹੁੰਦੀ ਹੈ। ਇਹ ਗੱਲ ਉਹਨਾਂ ਸਮੂਹਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਨਿਊ ਏਜ ਮੂਵਮੈਂਟ ਅਤੇ ਮਾਈਂਡ ਸਾਇੰਸ ਧਰਮ ਕਿਹਾ ਜਾਂਦਾ ਹੈ। ਇਹਨਾਂ ਦੇ ਵਿਚਾਰ ਬਾਈਬਲ ਦੇ ਅਨੁਸਾਰ ਆਰਥੋਡਾਕਸ ਨਹੀਂ ਹਨ। ਆਰਥੋਡਾਕਸ ਦਾ ਮਤਲਬ ਹੈ ਬਾਈਬਲ ਦੇ ਅਨੁਸਾਰ ਮਸੀਹੀ ਵਿਸ਼ਵਾਸ ਦੇ ਨਾਲ ਮੇਲ ਖਾਣ ਵਾਲਾ, ਕਿਉਂਕਿ ਨਿਊ ਏਜ ਅਤੇ ਮਾਈਂਡ ਸਾਇੰਸ ਦੋਨੋਂ ਹੀ ਬਾਈਬਲ ਯੀਸ਼ੂ ਮਨ ਅਤੇ ਸੱਚੀ ਵਾਸਤਵਿਕਤਾ ਦੇਖਣ ਦੀਆਂ ਗੱਲਾਂ ਕਰਦੇ ਹਨ। ਇਸ ਲਈ ਜਿਨ੍ਹਾਂ ਮਸੀਹੀਆਂ ਦੇ ਕੋਲ ਸਹੀ ਜਾਣਕਾਰੀ ਨਹੀਂ ਹੁੰਦੀ, ਉਹ ਆਸਾਨੀ ਨਾਲ ਇਹਨਾਂ ਗੱਲਾਂ ਤੋਂ ਧੋਖਾ ਖਾ ਸਕਦੇ ਹਨ। ਜਦੋਂ ਯੀਸ਼ੂ ਪ੍ਰਿਥਵੀ ਤੇ ਸਨ, ਉਹਨਾਂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਦੇ ਦੂਸਰੇ ਆਗਮਨ ਤੋਂ ਪਹਿਲੇ ਦੇ ਸਮੇਂ ਵਿੱਚ ਧਾਰਮਿਕ ਧੋਖਾ ਬਹੁਤ ਵੱਧ ਜਾਵੇਗਾ। ਖਾਸ ਕਰਕੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜੇ ਹੋਣਗੇ ਜੋ ਝੂਠੀ ਖੁਸ਼ਖਬਰੀ ਵੀ ਸੁਣਾਉਣਗੇ।
ਜਿਸ ਤਰ੍ਹਾਂ ਅਸੀਂ ਮੱਤੀ ਅਧਿਆਇ 24 ਆਇਤ 4 ਅਤੇ 5 ਵਿੱਚ ਪੜ੍ਹਦੇ ਹਾਂ ਅਤੇ ਆਇਤ 11 ਅਤੇ 24 ਵਿੱਚ ਵੀ ਅਸੀਂ ਪੜ੍ਹ ਸਕਦੇ ਹਾਂ। ਇਸ ਸੰਦੇਸ਼ ਦਾ ਮੇਰਾ ਉਦੇਸ਼ ਨਿਊ ਏਜ ਜਾਂ ਮਾਈਂਡ ਸਾਇੰਸ ਦੇ ਵਿਸ਼ਵਾਸਾਂ ਅਤੇ ਉਹਨਾਂ ਦੀ ਸਿੱਖਿਆਵਾਂ ਦਾ ਗਹਿਰਾ ਅਧਿਐਨ ਕਰਨਾ ਨਹੀਂ ਹੈ, ਬਲਕਿ ਮਸੀਹੀਆਂ ਨੂੰ ਇਹ ਸਮਝਾਉਣਾ ਹੈ ਕਿ ਉਹ ਖੁਦ ਨਵਾਂ ਨਿਯਮ ਪੜ੍ਹਨ ਅਤੇ ਕਿਸੇ ਯੋਗ ਬਾਈਬਲ ਸਿੱਖਸ਼ਕ ਤੋਂ ਹੀ ਸਹੀ ਸਿੱਖਿਆ ਲੈਣ। ਨਿਊ ਏਜ ਐਂਡ ਮਾਈਂਡ ਸਾਇੰਸ ਨਾਮ ਦੇ ਅੰਦਰ ਕਈ ਤਰ੍ਹਾਂ ਦੇ ਸਮੂਹ ਹੁੰਦੇ ਹਨ ਅਤੇ ਇਹਨਾਂ ਵਿੱਚ ਬਹੁਤ ਅਲੱਗ-ਅਲੱਗ ਅਤੇ ਕਈ ਵਾਰ ਇੱਕ ਦੂਸਰੇ ਨਾਲ ਟਕਰਾਉਣ ਵਾਲੇ ਵਿਚਾਰ ਵੀ ਹੁੰਦੇ ਹਨ। ਫਿਰ ਵੀ ਕੁਝ ਬੁਨਿਆਦੀ ਮਾਨਤਾਵਾਂ ਹਨ ਜੋ ਜ਼ਿਆਦਾਤਰ ਸਮੂਹਾਂ ਵਿੱਚ ਇੱਕੋ ਜਿਹੀਆਂ ਪਾਈਆਂ ਜਾਂਦੀਆਂ ਹਨ। ਉਹਨਾਂ ਦੇ ਅਨੁਸਾਰ ਪਰਮੇਸ਼ਵਰ ਕੋਈ ਵਿਅਕਤੀ ਨਹੀਂ ਹੈ, ਬਲਕਿ ਇੱਕ ਸ਼ਕਤੀ, ਊਰਜਾ, ਇੱਕ ਨਿਯਮ ਜਾਂ ਇੱਕ ਸਿਧਾਂਤ ਹੈ। ਪਰਮੇਸ਼ਵਰ ਦਾ ਕੋਈ ਅਲੱਗ ਅਸਤਿਤਵ ਨਹੀਂ ਹੈ, ਉਹ ਹਰ ਚੀਜ਼ ਦੇ ਅੰਦਰ ਹੈ। ਹਰ ਚੀਜ਼ ਪਰਮੇਸ਼ਵਰ ਦੀ ਅਭਿਵਿਅਕਤੀ ਹੈ। ਪਰਮੇਸ਼ਵਰ ਅਤੇ ਉਸ ਦਾ ਕੰਮ ਹੀ ਸਭ ਕੁਝ ਹੈ। ਪਰਮੇਸ਼ਵਰ ਇੱਕ ਯੂਨੀਵਰਸਲ ਮਾਈਂਡ ਹੈ, ਯਾਨੀ ਸਭ ਕੁਝ ਪਰਮੇਸ਼ਵਰ ਹੀ ਹੈ। ਉਹਨਾਂ ਦੇ ਅਨੁਸਾਰ ਇਨਸਾਨ ਅਤੇ ਸਾਰੀ ਸ੍ਰਿਸ਼ਟੀ ਵੀ ਪਰਮੇਸ਼ਵਰ ਦੇ ਹੀ ਸਵਰੂਪ ਦਾ ਹਿੱਸਾ ਹੈ, ਇਸ ਲਈ ਇਨਸਾਨ ਵੀ ਦੇਵੀਆ ਹੈ। ਬਸ ਉਸ ਨੂੰ ਇਸ ਦਾ ਪਤਾ ਨਹੀਂ ਹੈ। ਯੀਸ਼ੂ ਦੇ ਬਾਰੇ ਉਹਨਾਂ ਦਾ ਦਾਅਵਾ ਹੈ, ਯੀਸ਼ੂ ਵੀ ਬਸ ਇੱਕ ਮਨੁੱਖ ਸੀ ਜਿਸ ਨੂੰ ਆਪਣੀ ਦਿਵਯਤਾ ਦੀ ਪਹਿਚਾਣ ਹੋ ਗਈ ਸੀ, ਲੇਕਿਨ ਅਸੀਂ ਆਪਣੀ ਦਿਵਯਤਾ ਨੂੰ ਹਾਲੇ ਤੱਕ ਨਹੀਂ ਪਹਿਚਾਨਿਆ। ਸਾਡੇ ਸਾਰੇ ਦੇ ਅੰਦਰ ਵੀ ਮਸੀਹ ਦੀ ਆਤਮਾ ਮੌਜੂਦ ਹੈ ਅਤੇ ਸਾਨੂੰ ਆਪਣੇ ਅੰਦਰ ਦੀ ਮਸੀਹੀ ਛਵੀ ਨੂੰ ਪਹਿਚਾਨਣਾ ਚਾਹੀਦਾ ਹੈ। ਉਹਨਾਂ ਦੇ ਅਨੁਸਾਰ ਸਾਰੀਆਂ ਸਮੱਸਿਆਵਾਂ ਇਸ ਲਈ ਹਨ ਕਿਉਂਕਿ ਅਸੀਂ ਆਪਣੀ ਦਿਵਯਤਾ ਦੀ ਪਹਿਚਾਣ ਨਹੀਂ ਕਰ ਸਕਦੇ ਅਤੇ ਇਹ ਨਹੀਂ ਸਮਝਦੇ ਕਿ ਅਸੀਂ ਦਿਵਯ ਹਾਂ। ਮਨੁੱਖ ਦੀ ਸਮੱਸਿਆ ਗਲਤ ਸੋਚ ਹੈ। ਅਗਰ ਤੁਸੀਂ ਆਪਣੀ ਵਾਸਤਵਿਕਤਾ ਨੂੰ ਦੇਖਣ ਦਾ ਤਰੀਕਾ ਬਦਲ ਲਵੋ ਤਾਂ ਚਿੰਤਾ, ਬੁਰਾਈ ਅਤੇ ਮੌਤ ਇਹਨਾਂ ਸਾਰਿਆਂ ਉੱਤੇ ਜਿੱਤ ਪਾ ਸਕਦੇ ਹੋ। ਯਾਨੀ ਵਾਸਤਵਿਕਤਾ ਉਹੀ ਹੈ ਜੋ ਤੁਸੀਂ ਤੈਅ ਕਰੋ। ਉਹਨਾਂ ਦੇ ਅਨੁਸਾਰ ਇਨਸਾਨਾਂ ਨੂੰ ਪਰਿਵਰਤਨ ਦੀ ਜ਼ਰੂਰਤ ਹੈ। ਇਹ ਪਰਿਵਰਤਨ ਤਦ ਹੁੰਦਾ ਹੈ ਜਦੋਂ ਅਸੀਂ ਆਪਣੀ ਦਿਵਯਤਾ ਦੀ ਪਹਿਚਾਣ ਦਾ ਅਹਿਸਾਸ ਕਰ ਪਾਉਂਦੇ ਹਾਂ। ਪੋਜ਼ਿਟਿਵ ਗੱਲਾਂ ਬੋਲਦੇ ਰਹਿਣ ਨਾਲ ਅਸੀਂ ਆਪਣੀ ਛਿਪੀ ਹੋਈ ਦਿਵਯ ਸ਼ਮਤਾ ਨੂੰ ਪਹਿਚਾਨ ਸਕਦੇ ਹਾਂ। ਉਹਨਾਂ ਦੇ ਅਨੁਸਾਰ ਪਾਪ ਤੋਂ ਮੁਕਤੀ ਜਾਂ ਪਾਪ ਦਾ ਦੋਸ਼ ਤੋਂ ਛੁਟਕਾਰਾ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਸ ਲਈ ਨਾ ਕੋਈ ਅਨੰਤ ਨਿਆਂ ਅਤੇ ਨਾ ਹੀ ਸਜ਼ਾ ਹੈ। ਉਹਨਾਂ ਦੇ ਮੁਤਾਬਕ ਯੀਸ਼ੂ ਪਾਪ ਤੋਂ ਬਚਾਉਣ ਲਈ ਨਹੀਂ ਆਏ ਸਨ, ਬਲਕਿ ਗਲਤ ਸੋਚ ਦੇ ਕਾਰਨ ਹੋਣ ਵਾਲੀਆਂ ਗਲਤੀਆਂ ਅਤੇ ਜੀਵਨ ਦੀਆਂ ਅਸਫਲਤਾਵਾਂ ਤੋਂ ਬਚਾਉਣ ਆਏ ਸਨ। ਮੌਤ ਤੋਂ ਬਾਅਦ ਉਹਨਾਂ ਦੇ ਅਨੁਸਾਰ ਜਾਂ ਤਾਂ ਨਵਾਂ ਜਨਮ ਹੁੰਦਾ ਹੈ ਜਾਂ ਅਸੀਂ ਪਰਮੇਸ਼ਵਰ ਵਿੱਚ ਮਿਲ ਜਾਂਦੇ ਹਾਂ, ਨਾ ਹੀ ਕੋਈ ਨਿਆਂ ਦਾ ਦਿਨ ਹੈ। ਇਹਨਾਂ ਸਾਰੀਆਂ ਗੱਲਾਂ ਵਿੱਚੋਂ ਹਰ ਇੱਕ ਬਾਈਬਲ ਦੀ ਸੱਚੀ ਆਰਥੋਡਾਕਸ ਮਸੀਹੀ ਸਿੱਖਿਆ ਦੇ ਬਿਲਕੁਲ ਖਿਲਾਫ ਹੈ। ਯਾਦ ਰੱਖੋ, ਆਰਥੋਡਾਕਸ ਦਾ ਮਤਲਬ ਹੈ ਬਾਈਬਲ ਦੇ ਅਨੁਸਾਰ ਮਸੀਹੀ ਵਿਸ਼ਵਾਸਾਂ ਨਾਲ ਮੇਲ ਖਾਣ ਵਾਲੀ ਸਿੱਖਿਆ। ਪਰਮੇਸ਼ਵਰ ਇੱਕ ਵਿਅਕਤੀ ਹੈ, ਇੱਕ ਅਜਿਹਾ ਅਸਤਿਤਵ ਜਿਸ ਨੇ ਸਭ ਕੁਝ ਬਣਾਇਆ ਹੈ। ਸ੍ਰਿਸ਼ਟੀਕਰਤਾ ਅਤੇ ਸੁਰਜਿਤ ਚੀਜ਼ਾਂ ਦੇ ਵਿੱਚ ਜੋ ਫਰਕ ਹੈ ਉਹ ਕਦੇ ਵੀ ਖਤਮ ਨਹੀਂ ਹੋਵੇਗਾ। ਪਰਮੇਸ਼ਵਰ ਤ੍ਰਿਏਕ ਹੈ। ਪਰਮੇਸ਼ਵਰ ਪਿਤਾ, ਪਰਮੇਸ਼ਵਰ ਪੁੱਤਰ ਅਤੇ ਪਰਮੇਸ਼ਵਰ ਪਵਿੱਤਰ ਆਤਮਾ, ਇਹ ਤਿੰਨੋਂ ਇੱਕ ਹੀ ਦਿਵਯ ਸੁਭਾਅ ਨੂੰ ਸਾਂਝਾ ਕਰਦੇ ਹਨ। ਸਾਰੇ ਇਨਸਾਨਾਂ ਨੇ ਪਰਮੇਸ਼ਵਰ ਦੇ ਨੈਤਿਕ ਨਿਯਮਾਂ ਨੂੰ ਤੋੜਿਆ ਹੈ ਅਤੇ ਆਪਣੇ ਸ੍ਰਿਸ਼ਟੀਕਰਤਾ ਦੇ ਸਾਹਮਣੇ ਪਾਪੀ ਅਤੇ ਦੋਸ਼ੀ ਹਨ। ਖੁਦ ਨਾਲ ਕੋਈ ਵੀ ਇਨਸਾਨ ਪਰਮੇਸ਼ਵਰ ਨਾਲ ਮੇਲ ਮਿਲਾਪ ਨਹੀਂ ਕਰ ਸਕਦਾ। ਹਰ ਵਿਅਕਤੀ ਨੂੰ ਅਨੰਤ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਯੀਸ਼ੂ ਪਰਮੇਸ਼ਵਰ ਤ੍ਰਿਤਵ ਦੇ ਦੂਸਰੇ ਵਿਅਕਤੀ ਹਨ। ਉਹਨਾਂ ਨੇ ਕੁਆਰੀ ਮਰੀਮ ਦੇ ਗਰਭ ਵਿੱਚ ਪੂਰੀ ਮਾਨਵੀ ਪ੍ਰਕਿਰਤੀ ਲੈ ਕੇ ਇਸ ਦੁਨੀਆ ਵਿੱਚ ਜਨਮ ਲਿਆ। ਯੀਸ਼ੂ ਨੇ ਪੂਰੀ ਤਰ੍ਹਾਂ ਮਨੁੱਖ ਬਣ ਕੇ ਵੀ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਬਣੇ ਰਹਿਣਾ ਨਹੀਂ ਛੱਡਿਆ। ਯੀਸ਼ੂ ਨੇ ਮਨੁੱਖੀ ਸਰੀਰ ਇਸ ਲਈ ਲਿਆ ਤਾਂ ਕਿ ਉਹ ਸਾਡੇ ਪਾਪਾਂ ਦੇ ਲਈ ਬਲੀਦਾਨ ਦੇ ਕੇ ਮੌਤ ਨੂੰ ਸਹਿ ਸਕੇ ਅਤੇ ਸਾਡੇ ਪਾਪਾਂ ਦਾ ਪਛਤਾਵਾ ਕਰ ਸਕੇ, ਤਾਂ ਕਿ ਪਾਪੀ ਮਨੁੱਖ ਉਸ ਉੱਤੇ ਵਿਸ਼ਵਾਸ ਕਰਕੇ ਪਰਮੇਸ਼ਵਰ ਨਾਲ ਮੇਲ ਮਿਲਾਪ ਕਰ ਸਕੇ। ਅਗਰ ਕਦੀ ਅਜਿਹਾ ਸਮਾਂ ਸੀ ਜਦੋਂ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਬਾਈਬਲ ਦੇ ਅਨੁਸਾਰ ਯੀਸ਼ੂ ਕੌਣ ਹੈ, ਜੋ ਗੱਲਾਂ ਉਹਨਾਂ ਲੋਕਾਂ ਨੇ ਲਿਖੀਆਂ ਜਿਨ੍ਹਾਂ ਨੂੰ
ਜਿਨ੍ਹਾਂ ਨੇ ਯੀਸ਼ੂ ਨੂੰ ਚੱਲਦੇ ਹੋਏ ਦੇਖਿਆ, ਉਸ ਨਾਲ ਗੱਲਾਂ ਕੀਤੀਆਂ, ਉਸ ਦੀਆਂ ਸਿੱਖਿਆਵਾਂ ਸੁਣੀਆਂ, ਉਸ ਦੇ ਚਮਤਕਾਰ ਦੇਖੇ, ਉਸ ਦੀ ਮੌਤ ਦੇਖੀ ਅਤੇ ਉਸ ਨੂੰ ਮੁਰਦਿਆਂ ਵਿੱਚੋਂ ਫਿਰ ਤੋਂ ਜਿੰਦਾ ਹੋਏ ਵੀ ਦੇਖਿਆ, ਉਹਨਾਂ ਦੀਆਂ ਲਿਖਤਾਂ ਦੇ ਮੁਤਾਬਕ ਇਹ ਸਮੇਂ ਹੁਣ ਹੀ ਹੈ। ਬਾਈਬਲ ਸਾਨੂੰ ਸਿਧਾਂਤ ਦਿੰਦੀ ਹੈ ਯੀਸ਼ੂ ਕੌਣ ਹੈ ਅਤੇ ਉਸ ਨੇ ਕੀ ਕੀਤਾ ਹੈ, ਜਿਸ ਤਰ੍ਹਾਂ ਅਸੀਂ ਦੂਸਰਾ ਤਿਮੋਥੀਅਸ ਅਧਿਆਇ 3 ਆਇਤ 16 ਵਿੱਚ ਪੜ੍ਹਦੇ ਹਾਂ। ਪਰਮੇਸ਼ਵਰ ਇੱਕ ਦਿव्य ਵਿਅਕਤੀ ਹੈ, ਨਾ ਕਿ ਕੋਈ ਸ਼ਕਤੀ ਜਾਂ ਊਰਜਾ। ਇੱਕ ਵਿਅਕਤੀ ਉਹ ਹੁੰਦਾ ਹੈ ਜੋ ਖੁਦ ਨੂੰ ਜਾਣਦਾ ਹੈ, ਆਪਣੇ ਬਾਰੇ ਵਿੱਚ ਜਾਗਰੂਕ ਹੋਵੇ। ਵਿਅਕਤੀ ਵਿੱਚ ਵਿਅਕਤਿਤਵ ਹੁੰਦਾ ਹੈ ਅਤੇ ਸਵੈਮ ਇੱਛਾ ਹੁੰਦੀ ਹੈ, ਲੇਕਿਨ ਇੱਕ ਸ਼ਕਤੀ ਜਾਂ ਊਰਜਾ ਵਿੱਚ ਇਹ ਸਭ ਕੁਝ ਨਹੀਂ ਹੁੰਦਾ। ਇਹ ਅਦਭੁਤ ਅਸਤਿਤਵ ਜਿਸ ਨੇ ਸਭ ਕੁਝ ਬਣਾਇਆ ਅਤੇ ਹਰ ਚੀਜ਼ ਨੂੰ ਸੰਭਾਲੇ ਹੋਏ ਹੈ, ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। ਉਸ ਨੇ ਸਾਨੂੰ ਅਜਿਹੀ ਸ਼ਮਤਾ ਦੇ ਨਾਲ ਬਣਾਇਆ ਹੈ ਕਿ ਅਸੀਂ ਉਸ ਨੂੰ ਜਾਣ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਯਿਰਮੀਆ ਅਧਿਆਇ 9 ਆਇਤ 23 ਅਤੇ 24 ਵਿੱਚ ਪੜ੍ਹਦੇ ਹਾਂ, ਪ੍ਰਭੂ ਕਹਿੰਦਾ ਹੈ, ਬੁੱਧੀਮਾਨ ਵਿਅਕਤੀ ਆਪਣੀ ਬੁੱਧੀ ਉੱਤੇ ਘਮੰਡ ਨਾ ਕਰੇ, ਤਾਕਤਵਰ ਵਿਅਕਤੀ ਆਪਣੀ ਤਾਕਤ ਉੱਤੇ ਘਮੰਡ ਨਾ ਕਰੇ ਅਤੇ ਅਮੀਰ ਵਿਅਕਤੀ ਆਪਣੀ ਦੌਲਤ ਉੱਤੇ ਘਮੰਡ ਨਾ ਕਰੇ। ਅਗਰ ਕਿਸੇ ਗੱਲ ਉੱਤੇ ਘਮੰਡ ਕਰਨਾ ਹੈ ਤਾਂ ਸਿਰਫ ਇਸ ਗੱਲ ਉੱਤੇ ਕਰੋ ਕਿ ਉਹ ਸੱਚ ਵਿੱਚ ਮੈਨੂੰ ਜਾਣਦੇ ਹਨ ਅਤੇ ਸਮਝਦੇ ਹਨ ਕਿ ਮੈਂ ਹੀ ਪਰਮੇਸ਼ਵਰ ਹਾਂ, ਜੋ ਨਿਆਈ ਅਤੇ ਧਰਮੀ ਹਾਂ, ਜਿਸ ਦੀ ਪ੍ਰੇਮ ਕਰਨਾ ਕਦੀ ਖਤਮ ਨਹੀਂ ਹੁੰਦੀ ਅਤੇ ਮੈਨੂੰ ਇਹਨਾਂ ਗੱਲਾਂ ਤੋਂ ਆਨੰਦ ਮਿਲਦਾ ਹੈ। ਮੈਂ ਪ੍ਰਭੂ ਇਹ ਕਹਿੰਦਾ ਹਾਂ। ਯਹੋਨਾ ਅਧਿਆਇ 17 ਆਇਤ 3, ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ, ਅਤੇ ਇਹੀ ਤਰੀਕਾ ਹੈ ਅਨੰਤ ਜੀਵਨ ਪਾਉਣ ਦਾ, ਕਿ ਉਹ ਤੈਨੂੰ ਜਾਣਨ ਜੋ ਇੱਕਮਾਤਰ ਸੱਚਾ ਪਰਮੇਸ਼ਵਰ ਹੈ ਅਤੇ ਯੀਸ਼ੂ ਮਸੀਹ ਨੂੰ ਜਾਣਨ ਜਿਸ ਨੂੰ ਤੁਸੀਂ ਇਸ ਧਰਤੀ ਉੱਤੇ ਭੇਜਿਆ ਹੈ। ਅਤੇ ਇਹੀ ਅਨੰਤ ਜੀਵਨ ਹੈ ਕਿ ਤੁਹਾਡੇ ਲੋਕ ਤੁਹਾਨੂੰ ਜਾਣਨ, ਤੁਹਾਨੂੰ ਪਹਿਚਾਨਣ, ਸਮਝਣ, ਤੁਹਾਡੇ ਨਾਲ ਸੰਬੰਧ ਵਿੱਚ ਆਉਣ, ਤੁਹਾਡੇ ਤੋਂ ਜਾਣੂ ਹੋਣ, ਜੋ ਇੱਕਮਾਤਰ ਸੱਚਾ ਅਤੇ ਵਾਸਤਵਿਕ ਪਰਮੇਸ਼ਵਰ ਹੈ। ਪ੍ਰੇਮ, ਦਇਆ, ਨਿਆਂ, ਧਰਮ ਅਤੇ ਆਨੰਦ ਇਹ ਕਿਸੇ ਊਰਜਾ ਜਾਂ ਸ਼ਕਤੀ ਦੀ ਪਹਿਚਾਨ ਨਹੀਂ ਹੈ। ਅਨੰਤ ਜੀਵਨ ਮਸੀਹੀ ਚੇਤਨਾ ਜਾਂ ਦੁਬਾਰਾ ਜਨਮ ਤੋਂ ਨਹੀਂ ਮਿਲਦਾ, ਬਲਕਿ ਪਰਮੇਸ਼ਵਰ ਪਿਤਾ ਅਤੇ ਪ੍ਰਭੂ ਯੀਸ਼ੂ ਮਸੀਹ ਨੂੰ ਵਿਅਕਤੀਗਤ ਰੂਪ ਨਾਲ ਜਾਣਨ ਤੋਂ ਮਿਲਦਾ ਹੈ। ਯੀਸ਼ੂ ਪਰਮੇਸ਼ਵਰ ਦਾ ਸਪਸ਼ਟ ਪ੍ਰਕਾਸ਼ਨ ਹੈ। ਯੀਸ਼ੂ ਦੇਹਧਾਰੀ ਵਚਨ ਹੈ, ਪਰਮੇਸ਼ਵਰ ਜੋ ਮਨੁੱਖ ਬਣ ਕੇ ਇਸ ਧਰਤੀ ਉੱਤੇ ਆਇਆ। ਉਸਨੇ ਕਦੀ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਹ ਬਸ ਇੱਕ ਇਨਸਾਨ ਸੀ ਜਿਸ ਨੇ ਆਪਣੀ ਦਿਵਤਾ ਨੂੰ ਪਹਿਚਾਨ ਲਿਆ ਜਾਂ ਕੋਈ ਉੱਚ ਗੁਰੂ ਜਾਂ ਮਾਰਗ ਦਿਖਾਉਣ ਵਾਲਾ ਸੀ। ਯੀਸ਼ੂ ਦਾ ਦਾਅਵਾ ਸੀ, ਮੈਂ ਹਾਂ, ਯਾਨੀ ਸਵੈਮ ਅਸਤਿਤਵਵਾਨ ਪਰਮੇਸ਼ਵਰ। ਯੀਸ਼ੂ ਨੇ ਕਿਹਾ, ਯਦि ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਮੈਂ ਉਹੀ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਯਹੋਨਾ ਅਧਿਆਇ 8 ਆਇਤ 24 ਅਤੇ 8 ਅਤੇ 58। ਅਤੇ ਉਹਨਾਂ ਨੇ ਆਪਣੀਆਂ ਗੱਲਾਂ ਨੂੰ ਸਹੀ ਸਾਬਿਤ ਕੀਤਾ ਮੁਰਦਿਆਂ ਵਿੱਚੋਂ ਜੀ ਕੇ। ਜਿਸ ਤਰ੍ਹਾਂ ਅਸੀਂ ਰੋਮੀਓ ਅਧਿਆਇ 1 ਆਇਤ 4 ਵਿੱਚ ਪੜ੍ਹਦੇ ਹਾਂ, ਯੀਸ਼ੂ ਨੇ ਲੋਕਾਂ ਨੂੰ ਕਿਹਾ, ਮੇਰੇ ਕੋਲ ਆਓ, ਮੇਰੇ ਪਿੱਛੇ ਚੱਲੋ, ਮੇਰੇ ਤੋਂ ਸਿੱਖੋ ਅਤੇ ਮੇਰੀ ਤਰ੍ਹਾਂ ਬਣੋ। ਜਿਸ ਤਰ੍ਹਾਂ ਅਸੀਂ ਮੱਤੀ ਅਧਿਆਇ 16 ਆਇਤ 24 ਅਤੇ 11 ਅਤੇ 29 ਵਿੱਚ ਪੜ੍ਹਦੇ ਹਾਂ। ਇਹ ਇੱਕ ਵਿਅਕਤੀ ਦੇ ਨਾਲ ਸੰਬੰਧ ਹੈ, ਨਾ ਕਿ ਨਿਯਮਾਂ, ਸਿਧਾਂਤਾਂ ਜਾਂ ਸਫਲ ਆਤਮਿਕ ਜੀਵਨ ਜੀਣ ਦੇ ਤਰੀਕਿਆਂ ਦਾ ਸੈੱਟ। ਦੁੱਖ ਦੀ ਗੱਲ ਹੈ ਕਿ ਇਹਨਾਂ ਗਲਤ ਵਿਚਾਰਾਂ ਵਿੱਚੋਂ ਕੁਝ ਸਹੀ ਆਰਥੋਡਾਕਸ ਮਸੀਹੀ ਸਮੂਹ ਵੀ ਆਉਣ ਲੱਗ ਜਾਂਦੇ ਹਨ। ਜਿਸ ਤਰ੍ਹਾਂ ਅਗਰ ਅਸੀਂ ਬਸ ਆਪਣੇ ਮਨ ਨੂੰ ਫਿਰ ਤੋਂ ਪ੍ਰੋਗਰਾਮ ਕਰ ਲਈਏ, ਸਹੀ ਸ਼ਬਦ ਬੋਲੀਏ ਅਤੇ ਗਲਤ ਨਾ ਬੋਲੀਏ, ਤਾਂ ਅਸੀਂ ਪਰਮੇਸ਼ਵਰ ਤੋਂ ਸਭ ਕੁਝ ਪਾ ਸਕਦੇ ਹਾਂ। ਇਹ ਇੱਕ ਤਰ੍ਹਾਂ ਦੀ ਤਕਨੀਕ ਬਣ ਗਈ ਹੈ ਜੋ ਇੱਕ ਵਿਅਕਤੀ ਯੀਸ਼ੂ ਦੇ ਨਾਲ ਸੰਬੰਧ ਤੋਂ ਬਿਲਕੁਲ ਅਲੱਗ ਹੈ। ਯੀਸ਼ੂ ਨੂੰ ਸਲੀਬ ਉੱਤੇ ਚੜਾਏ ਜਾਣ ਤੋਂ ਇੱਕ ਰਾਤ ਪਹਿਲੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਮੇਰੇ ਮਿੱਤਰ ਹੋ। ਅਗਰ ਤੁਸੀਂ ਮੇਰੀ ਆਗਿਆ ਮੰਨਦੇ ਹੋ ਤਾਂ ਤੁਸੀਂ ਮੇਰੇ ਮਿੱਤਰ ਹੋ। ਮੈਂ ਹੁਣ ਤੁਹਾਨੂੰ ਦਾਸ ਨਹੀਂ ਕਹਿੰਦਾ, ਕਿਉਂਕਿ ਸਵਾਮੀ ਆਪਣੇ ਦਾਸਾਂ ਨੂੰ ਆਪਣੇ ਮਨ ਦੀ ਗੱਲ ਨਹੀਂ ਦੱਸਦਾ। ਹੁਣ ਮੈਂ ਤੁਹਾਨੂੰ ਮਿੱਤਰ ਕਹਿੰਦਾ ਹਾਂ, ਕਿਉਂਕਿ ਮੈਂ ਉਹ ਸਭ ਕੁਝ ਤੁਹਾਨੂੰ ਦੱਸ ਦਿੱਤਾ ਹੈ ਜੋ ਪਿਤਾ ਨੇ ਮੈਨੂੰ ਦੱਸਿਆ। ਜਿਸ ਤਰ੍ਹਾਂ ਅਸੀਂ ਯਹੋਨਾ ਅਧਿਆਇ 15 ਆਇਤ 14 ਅਤੇ 15 ਵਿੱਚ ਪੜ੍ਹਦੇ ਹਾਂ। ਅਤੇ ਇਹ ਵਿਚਾਰ ਚੇਲਿਆਂ ਦੇ ਲਈ ਨਵਾਂ ਨਹੀਂ ਸੀ।
ਉਹਨਾਂ ਦੇ ਪੂਰਵਜ ਅਬਰਾਹਮ ਨੂੰ ਵੀ ਪਰਮੇਸ਼ਵਰ ਦਾ ਮਿੱਤਰ ਕਿਹਾ ਗਿਆ ਸੀ, ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਯਸ਼ਾਇਆ ਅਧਿਆਇ 41 ਆਇਤ 8 ਵਿੱਚ। ਇਹ ਗੱਲ ਉਸ ਸੰਦਰਭ ਵਿੱਚ ਕਹੀ ਗਈ ਸੀ ਜਿੱਥੇ ਪਰਮੇਸ਼ਵਰ ਕਹਿੰਦਾ ਹੈ, ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ, ਨਾ ਘਬਰਾਉਣਾ ਕਿਉਂਕਿ ਮੈਂ ਤੇਰਾ ਪਰਮੇਸ਼ਵਰ ਹਾਂ। ਮੈਂ ਤੈਨੂੰ ਮਜ਼ਬੂਤ ਕਰਾਂਗਾ, ਮੈਂ ਤੇਰੀ ਮਦਦ ਕਰਾਂਗਾ, ਮੈਂ ਆਪਣੇ ਵਿਜੇ ਸੱਜੇ ਹੱਥ ਨਾਲ ਤੈਨੂੰ ਸੰਭਾਲੇ ਰੱਖਾਂਗਾ। ਜਿਸ ਤਰ੍ਹਾਂ ਅਸੀਂ ਯਸ਼ਾਇਆ ਅਧਿਆਇ 41 ਆਇਤ 10 ਵਿੱਚ ਪੜ੍ਹਦੇ ਹਾਂ। ਇਹੀ ਵਾਸਤਵਿਕਤਾ ਹੈ ਜਿਸ ਤਰ੍ਹਾਂ ਸੱਚ ਵਿੱਚ ਹੈ। ਕਿਸੇ ਵੀ ਗਹਿਰੇ ਰਿਸ਼ਤੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਜਾਣੋ ਕਿ ਦੂਸਰਾ ਵਿਅਕਤੀ ਕੀ ਸੋਚਦਾ ਹੈ ਅਤੇ ਕਿਸ ਤਰ੍ਹਾਂ ਸੋਚਦਾ ਹੈ। ਪਰਮੇਸ਼ਵਰ ਨੇ ਸਾਨੂੰ ਆਪਣਾ ਲਿਖਿਤ ਵਚਨ ਦਿੱਤਾ ਹੈ ਤਾਂ ਕਿ ਅਸੀਂ ਜਾਣ ਸਕੀਏ ਕਿ ਉਹ ਕੀ ਸੋਚਦਾ ਹੈ ਅਤੇ ਕਿਸ ਤਰ੍ਹਾਂ ਸੋਚਦਾ ਹੈ। ਫਿਰ ਅਸੀਂ ਆਪਣੇ ਸੋਚਣ ਦੇ ਤਰੀਕੇ ਨੂੰ ਉਸ ਦੇ ਅਨੁਸਾਰ ਬਦਲ ਸਕਦੇ ਹਾਂ, ਮਨ ਨੂੰ ਨਵਾਂ ਕਰ ਸਕਦੇ ਹਾਂ ਅਤੇ ਇਸ ਰਿਸ਼ਤੇ ਦਾ ਆਨੰਦ ਲੈ ਸਕਦੇ ਹਾਂ ਜਦੋਂ ਅਸੀਂ ਉਸ ਨੂੰ ਮਹਿਮਾ ਅਤੇ ਸਨਮਾਨ ਦਿੰਦੇ ਹਾਂ। ਇਹਨਾਂ ਆਇਤਾਂ ਵਿੱਚ ਬਹੁਤ ਕੁਝ ਹੈ ਜਿਸ ਉੱਤੇ ਹੁਣ ਗਹਿਰਾਈ ਨਾਲ ਅਸੀਂ ਗੱਲ ਨਹੀਂ ਕਰ ਸਕਦੇ, ਲੇਕਿਨ ਇੱਕ ਗੱਲ ਉੱਤੇ ਧਿਆਨ ਦੇਣ ਯੋਗ ਹੈ ਕਿ ਕਦੀ ਕਿਸੇ ਨੇ ਪ੍ਰਭੂ ਦੇ ਵਿਚਾਰ ਜਾਣੇ ਹਨ ਜਾਂ ਉਸ ਨੂੰ ਸਲਾਹ ਦਿੱਤੀ ਹੈ, ਲੇਕਿਨ ਅਸੀਂ ਸਮਝ ਸਕਦੇ ਹਾਂ ਕਿ ਮਸੀਹ ਕੀ ਸੋਚਦਾ ਹੈ ਜਾਂ ਅਸੀਂ ਵੈਸੇ ਹੀ ਸੋਚ ਸਕਦੇ ਹਾਂ ਜਿਸ ਤਰ੍ਹਾਂ ਮਸੀਹ ਸੋਚਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲਾ ਕੁਰਿੰਥੀਓ ਅਧਿਆਇ 2 ਆਇਤ 16 ਵਿੱਚ ਪੜ੍ਹਦੇ ਹਾਂ। ਅਕਸਰ ਗਲਤ ਕਿਹਾ ਜਾਂਦਾ ਹੈ ਕਿ ਹੁਣ ਜਦੋਂ ਅਸੀਂ ਨਵੇਂ ਜਨਮੇ ਹਾਂ ਤਾਂ ਸਾਡੇ ਕੋਲ ਮਸੀਹ ਦਾ ਮਨ ਹੈ। ਨਹੀਂ, ਸਾਡੇ ਕੋਲ ਉਸ ਦਾ ਮਨ ਨਹੀਂ ਹੈ। ਸਾਨੂੰ ਉਸ ਦੇ ਮਨ ਤੱਕ ਪਹੁੰਚ ਮਿਲੀ ਹੈ, ਯਾਨੀ ਅਸੀਂ ਜਾਣ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਸੋਚਦਾ ਹੈ ਬਾਈਬਲ ਦੇ ਮਾਧਿਅਮ ਨਾਲ, ਖਾਸ ਕਰਕੇ ਨਵੇਂ ਨੇਮ ਦੇ ਮਾਧਿਅਮ ਨਾਲ। ਲੇਕਿਨ ਸਾਨੂੰ ਉਸ ਦੇ ਵਿਚਾਰਾਂ ਨੂੰ ਅਪਣਾਉਣਾ ਪਵੇਗਾ ਬਾਈਬਲ ਪੜ੍ਹ ਕੇ। ਫਿਰ ਪਵਿੱਤਰ ਆਤਮਾ ਦੀ ਮਦਦ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਦੇਖਣ ਦਾ ਤਰੀਕਾ ਬਦਲਣਾ ਹੋਵੇਗਾ। ਪਰਮੇਸ਼ਵਰ ਨੂੰ ਆਪਣੇ ਆਪ ਨੂੰ, ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ, ਤਾਂ ਕਿ ਅਸੀਂ ਉਸ ਦੇ ਅਨੁਸਾਰ ਚੱਲ ਸਕੀਏ ਅਤੇ ਆਪਣੇ ਚਰਿੱਤਰ ਅਤੇ ਵਿਵਹਾਰ ਦੇ ਮਾਧਿਅਮ ਨਾਲ ਦੁਨੀਆ ਦੇ ਸਾਹਮਣੇ ਉਸ ਨੂੰ ਸਹੀ ਰੂਪ ਵਿੱਚ ਦਿਖਾ ਸਕੀਏ। ਸਪਸ਼ਟ ਹੋ ਜਾਵੇ ਕਿ ਮਨ ਨੂੰ ਨਵਾਂ ਕਰਨਾ ਉਸ ਪ੍ਰਕਿਰਿਆ ਦਾ ਹਿੱਸਾ ਹੈ ਜੋ ਸਾਨੂੰ ਸਾਡੇ ਬਣਾਏ ਜਾਂਦੇ ਉਦੇਸ਼ ਦੇ ਵੱਲ ਵਾਪਸ ਬੁਲਾਉਂਦੀ ਹੈ। ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀ ਦੇ ਰੂਪ ਵਿੱਚ ਜੋ ਆਪਣੇ ਮਸੀਹੀ ਸੁਭਾਅ ਅਤੇ ਵਿਵਹਾਰ ਦੇ ਮਾਧਿਅਮ ਨਾਲ ਆਪਣੇ ਪਿਤਾ ਨੂੰ ਸਨਮਾਨ ਅਤੇ ਮਹਿਮਾ ਦਿੰਦੇ ਹਨ। ਅਤੇ ਇਹ ਸੰਭਵ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਬਹਾਇਆ ਲਹੂ ਸਾਡੇ ਲਈ ਹੈ। ਪਰਮੇਸ਼ਵਰ ਜੋ ਦੇਹਧਾਰੀ ਹੋਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਆਮੀਨ।